ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਅਤੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕੀਤੇ ਨਾਮਜ਼ਦਗੀ ਪੱਤਰ ਦਾਖਲ। ਮਜੀਠੀਆ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਮੈਦਾਨ 'ਚ ਉਤਰੇ ਨੇ ਮਜੀਠੀਆ। ਨਾਮਜ਼ਦਗੀ ਭਰਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਰੋਧੀਆਂ ਨੇ ਹਮੇਸ਼ਾ ਮੇਰਾ ਵਿਰੋਧ ਕੀਤਾ ਹੈ, ਪਰ ਪੰਜਾਬ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਮੇਰੇ ਖਿਲਾਫ ਹਮੇਸ਼ਾ ਸਾਜ਼ਿਸ਼ ਹੁੰਦੀ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਵਾਰ ਮੇਰੀ ਲੜਾਈ ਥੋੜੀ ਵੱਖਰੀ ਹੈ। ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਕਿਹਾ ਕਿ ਮੈਂ ਸਰੈਂਡਰ ਕਰਨ ਦੇ ਲਈ ਮੋਹਾਲੀ ਕੋਰਟ 'ਚ ਬੈਠਿਆ ਸੀ। ਮੇਰੇ ਵਕੀਲਾਂ ਨੇ ਸਲਾਹ ਕੀਤੀ ਕਿ ਜੇਕਰ ਜੱਜ ਸਾਡੀ ਜ਼ਮਾਨਤ ਅਰਜ਼ੀ ਰੱਦ ਕਰ ਦਿੰਦੇ ਨੇ ਤਾਂ ਮੈਂ ਸਰੈਂਡਰ ਕਰ ਦੇਣਾ ਸੀ, ਪਰ ਅਸੀਂ ਕੋਰਟ ਦਾ ਲਿਖਤੀ ਆਰਡਰ ਉਡੀਕ ਰਹੇ ਸੀ, ਪਰ ਮੇਰੇ ਘਰ 'ਚ ਰੇਡ ਕੀਤੀ ਗਈ ਸਿਰਫ ਇਸ ਲਈ ਕਿ ਮੈਂ ਚੋਣ ਨਾ ਲੜ ਸਕਾਂ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਉਹਨਾਂ ਤੇ ਲਗਾਏ ਵੱਡੇ ਇਲਜ਼ਾਮ। ਸਿੱਧੂ ਦੀ NRI ਭੈਣ ਨੇ ਮੀਡੀਆ ਨੂੰ ਬਿਆਨ 'ਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇੰਟਰਵਿਊ 'ਚ ਝੂਠ ਬੋਲਿਆ ਸੀ ਕਿ ਮੇਰੇ ਮਾਤਾ-ਪਿਤਾ ਵੱਖ ਹੋ ਗਏ ਨੇ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਸਨ, ਪਰ ਇਹ ਸਾਰਾ ਕੁਝ ਝੂਠ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਸਿੱਧੂ ਨੂੰ ਮਿਲਣ ਵੀ ਗਈ ਸੀ, ਪਰ ਕਿਸੇ ਨੇ ਘਰ ਦਾ ਦਰਵਾਜ਼ਾ ਤੱਕ ਨਹੀਂ ਖੋਲ੍ਹਿਆ। ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਬਹੁਤ ਜ਼ਾਲਮ ਹੈ। ਉਹਨਾਂ ਕਿਹਾ ਕਿ 1986 ਦੇ ਵਿੱਚ ਜਦੋਂ ਪਿਤਾ ਭਗਵੰਤ ਸਿੱਧੂ ਦਾ ਭੋਗ ਸਮਾਗਮ ਸੀ ਤਾਂ ਉਸ ਤੋਂ ਤੁਰੰਤ ਬਾਅਦ ਸਿੱਧੂ ਨੇ ਆਪਣੀ ਮਾਂ ਨੂੰ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। ਸੁਮਨ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਦੇ ਲਈ ਦਿੱਲੀ ਦੇ ਚੱਕਰ ਕੱਟੇ। ਆਖਿਰ ਦਿੱਲੀ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਲਵਾਰਿਸ ਦੀ ਤਰ੍ਹਾਂ ਮੌਤ ਹੋ ਗਈ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਨੇ ਸਾਰਾ ਕੁਝ ਪ੍ਰਾਪਰਟੀ ਲਈ ਕੀਤਾ ਹੈ। ਮਨੀ ਲਾਂਡਰਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਪਟਿਆਲਾ ਜੇਲ੍ਹ ਤੋਂ ਰਿਹਾ ਹੋ ਗਏ ਨੇ। ਜੇਲ੍ਹ ਤੋਂ ਬਾਹਰ ਹੁੰਦਿਆਂ ਹੀ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਵਾਲ ਚੁੱਕਿਆ। ਉਹਨਾਂ ਕਿਹਾ ਜੇਲ੍ਹ ਅੰਦਰ ਬੈਠਿਆਂ ਮੇਰੀ ਲੋਕਪ੍ਰਿਯਤਾ ਵਧੀ ਹੈ ਅਤੇ ਵਿਰੋਧੀਆਂ ਦੇ ਮਨਸੂਬੇ ਨਾਕਾਮ ਹੋਏ ਨੇ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਪੁਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਬੇਕਸੂਰ ਸੀ ਤੇ ਮੈਨੂੰ ਫਸਾਇਆ ਗਿਆ। ਮੈਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਬੇਕਸੂਰ ਹੁੰਦਿਆਂ ਵੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ 2.5 ਮਹੀਨੇ ਜੇਲ੍ਹ ਦੇ ਵਿੱਚ ਕੱਟਣੇ ਪਏ। ਜੇਲ੍ਹ ਦੇ ਵਿੱਚ ਕੁਝ ਅਜਿਹੇ ਵੀ ਬੰਦੇ ਹਨ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਹੋ ਚੁੱਕੀਆਂ ਨੇ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀਆਂ ਦਾ ਦੌਰ ਜਾਰੀ। ਗਿੱਦੜਬਾਹਾ ਹਲਕੇ ਤੋਂ ਪੰਜਾਬ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਭਰਿਆ ਨਾਮਜ਼ਦਗੀ ਪੱਤਰ। ਪਰਿਵਾਰ ਅਤੇ ਕਈ ਸਮਰਥਕ ਰਾਜਾ ਵੜਿੰਗ ਦੇ ਨਾਲ ਰਹੇ ਮੌਜੂਦ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਵੱਲੋਂ ਜਲਦੀ ਹੀ ਅਨਾਉਂਸ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ। ਉਹਨਾਂ ਕਿਹਾ ਕਿ ਕੱਲ੍ਹ ਰਾਹੁਲ ਗਾਂਧੀ ਪੰਜਾਬ ਆਏ ਸਨ ਅਤੇ ਉਹਨਾਂ ਸੰਕੇਤ ਦਿੱਤੇ ਨੇ ਕਿ ਪੰਜਾਬ ਨੂੰ ਉਹਨਾਂ ਦਾ ਮਨਪਸੰਦ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋਂ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ SGPC ਨੇ STM ਲਹਿਰਾ ਮੈਡਮ ਰਮਰੀਤ ਕੌਰ ਸੇਖੋਂ ਦੇ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ 'ਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਨੇ ਉਹ ਅਕਾਲੀ ਸਰਕਾਰ ਨੇ ਹੀ ਕਰਵਾਏ ਸਨ। ਬਸੀ ਪਠਾਣਾ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਭਰੇ ਆਜ਼ਾਦ ਉਮੀਦਵਾਰ ਵਜੋਂ ਚੋਣ ਨਾਮਜ਼ਦਗੀ ਪੱਤਰ। ਇਸ ਮੌਕੇ ਉਹਨਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਦੀ ਮੰਗ ਤੇ ਚੋਣ ਲੜ ਰਹੇ ਨੇ। ਉਹਨਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਨਹੀਂ ਲੈਣਗੇ। ਪੰਜਾਬ 'ਚ 3 ਦਿਨਾਂ ਦੌਰੇ ਤੇ ਪਹੁੰਚੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪਹੁੰਚੇ ਫਿਲੌਰ, ਜਿੱਥੇ ਕੇਜਰੀਵਾਲ ਨੇ ਪੰਜਾਬ 'ਚ ਬੇਰੋਜ਼ਗਾਰੀ ਦਾ ਚੁੱਕਿਆ ਮੁੱਦਾ। ਉਹਨਾਂ ਕਿਹਾ ਕਿ ਪੰਜਾਬ ਨੂੰ ਕੱਟੜ ਇਮਾਨਦਾਰ ਮੁੱਖ ਮੰਤਰੀ ਚਾਹੀਦਾ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਰੋਜ਼ਗਾਰ ਦਾ ਵੱਡਾ ਸੰਕਟ ਚੱਲ ਰਿਹਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਅੰਮ੍ਰਿਤਸਰ ਸੈਂਟਰਲ 'ਚ ਆਪ ਦੇ ਉਮੀਦਵਾਰ ਅਜੇ ਗੁਪਤਾ ਦੇ ਲਈ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਦੁਖੀ ਨੇ, ਇਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਨੇ ਮੌਕਾ। ਉਹਨਾਂ ਕਿਹਾ ਕਿ ਕਾਂਗਰਸ ਤਾਂ ਸਾਰੇ ਦੇਸ਼ 'ਚ ਫੇਲ ਹੋ ਚੁੱਕੀ ਹੈ। ਅੰਮ੍ਰਿਤਸਰ ਵਿਖੇ ਹਲਕਾ ਮਜੀਠਾ ਅਤੇ ਹਲਕਾ ਪੂਰਬੀ ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਕਈ ਲੋਕ ਅਕਾਲੀ ਦਲ 'ਚ ਹੋਏ ਸ਼ਾਮਲ। ਉਪਕਾਰ ਸਿੰਘ ਸੰਧੂ ਸਮੇਤ ਕਈ ਲੋਕਾਂ ਨੇ ਫੜਿਆ ਅਕਾਲੀ ਦਲ ਦਾ ਹੱਥ। ਇਸ ਮੌਕੇ ਮਜੀਠੀਆ ਨੇ ਕਿਹਾ ਕਿ 18 ਸਾਲ ਤੋਂ ਅੰਮ੍ਰਿਤਸਰ ਦੇ ਲੋਕਾਂ ਨੇ ਨਵਜੋਤ ਸਿੱਧੂ ਦਾ ਸਾਥ ਦਿੱਤਾ, ਪਰ ਸਿੱਧੂ ਨੇ ਆਪਣੇ ਹਲਕੇ ਦੇ ਲਈ ਕੁਝ ਵੀ ਨਹੀਂ ਕੀਤਾ। ਗੁਰਦਾਸਪੁਰ 'ਚ ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਚੌਂਕੀ ਦੇ ਨੇੜੇ ਨਸ਼ਾ ਤਸਕਰਾਂ ਤੇ BSF ਜਵਾਨਾਂ ਵਿਚਾਲੇ ਹੋਈ ਮੁੱਠਭੇੜ, ਜਿਸ ਤੋਂ ਬਾਅਦ ਜਵਾਨਾਂ ਨੇ ਮੌਕੇ ਤੋਂ 49 ਕਿਲੋ ਹੈਰੋਇਨ ਅਤੇ ਕਈ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ। ਹਾਲਾਂਕਿ ਇਸ ਮੁੱਠਭੇੜ 'ਚ BSF ਦੇ ਇੱਕ ਜਵਾਨ ਨੂੰ ਲੱਗੀ ਗੋਲੀ, ਜਿਸ ਕਾਰਨ ਹੋਇਆ ਉਹ ਗੰਭੀਰ ਜ਼ਖਮੀ। ਪੰਜਾਬ BJP ਤੋਂ ਅਸਤੀਫਾ ਦੇ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਅਨਿਲ ਜੋਸ਼ੀ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਕਾਗਜ਼ੀ ਸ਼ੇਰ। ਉਹਨਾਂ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ 'ਚ ਹਿੰਮਤ ਹੈ ਤਾਂ ਉਹ ਮਜੀਠਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਭਰੇ ਕਾਗਜ਼ 'ਚ ਮਜੀਠੀਆ ਨੇ ਤਾਂ ਈਸਟ ਤੋਂ ਕਾਗਜ਼ ਭਰ ਕੇ ਇਹ ਚੈਲੰਜ ਕਰ ਦਿੱਤਾ ਪੂਰਾ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਵਰਕਰਾਂ 'ਚ ਜੋਸ਼ ਭਰਨ ਦੇ ਲਈ ਭੈਣ ਮਾਇਆਵਤੀ ਪੰਜਾਬ ਦੌਰੇ ਤੇ ਆ ਰਹੇ ਨੇ। ਉਹ 8 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਵੱਡੀ ਚੋਣ ਰੈਲੀ ਦੇ ਨਾਲ ਚੋਣ ਮੁਹਿੰਮ ਨੂੰ ਭਖਾਉਣਗੇ। ਇਸ ਬਾਰੇ ਜਸਪੀਰ ਸਿੰਘ ਗੜੀ ਨੇ ਕਿਹਾ ਕਿ ਸਾਰਾ ਬਹੁਜਨ ਸਮਾਜ ਬਸਪਾ ਦੇ ਨਾਲ ਹੈ ਅਤੇ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਬਸਪਾ ਪੂਰਨ ਬਹੁਮਤ ਦੇ ਨਾਲ ਹਾਸਲ ਕਰਕੇ ਸੂਬੇ 'ਚ ਸਰਕਾਰ ਬਣਾਉਣਗੇ। ਪੁਲਾਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜੇਲ੍ਹ ਤੋਂ ਰਿਹਾ ਹੁੰਦੇ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਦੋਂ ਮੇਰੇ ਤੇ ED ਦੀ ਰੇਡ ਹੋਈ ਸੀ ਤਾਂ ਮੈਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ। ਮੈਂ ਜ਼ਿੰਦਗੀ ਦੇ ਵਿੱਚ ਬੇਈਮਾਨੀ ਕਦੀ ਨਹੀਂ ਕੀਤੀ। ED ਨੇ ਮੇਰੇ ਬਾਰੇ ਕਿਹਾ ਕਿ ਖਹਿਰਾ ਡਰੱਗ ਰੈਕਟ ਦੇ ਵਿੱਚ ਕਿੰਗਪਿਨ ਹੈ, ਜਿਸ ਦਾ ਕਿ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ। ਫਰੀਦਕੋਟ ਦੇ ਪਿੰਡ ਪੱਕਾ ਦੇ ਵਿੱਚ ਛੱਤ ਤੋਂ ਪਤੰਗ ਉਤਾਰਨ ਚੜ੍ਹੇ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਕਾਰਨ ਮੌਤ ਹੋ ਗਈ ਹੈ। ਦਿਹਾੜੀ ਮਜ਼ਦੂਰ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਇਕੱਲੇ ਸ਼ਖਸ ਦੀ ਮੌਤ ਦੇ ਨਾਲ ਪਿੰਡ ਦੇ ਵਿੱਚ ਗਮੀ ਦਾ ਮਾਹੌਲ ਫੈਲ ਗਿਆ।
ਪੰਜਾਬ 'ਚ ਕੋਰੋਨਾ ਮਹਾਮਾਰੀ ਦਾ ਵੱਧ ਰਿਹਾ ਲਗਾਤਾਰ ਕਹਿਰ। ਪੰਜਾਬ 'ਚ ਮਹਾਮਾਰੀ ਕਾਰਨ ਵੱਧ ਰਿਹਾ ਮਰਨ ਵਾਲਿਆਂ ਦਾ ਗ੍ਰਾਫ ਵੀ ਪਿਛਲੇ ਇੱਕ ਦਿਨ 'ਚ ਪੰਜਾਬ 'ਚ ਕੋਰੋਨਾ ਕਾਰਨ 45 ਲੋਕਾਂ ਦੀ ਹੋਈ ਹੈ ਮੌਤ, ਜੋ ਕਿ ਇੱਕ ਦਿਨ 'ਚ ਸਭ ਤੋਂ ਵੱਧ ਮੌਤਾਂ ਹਨ। ਇੰਨਾ ਹੀ ਨਹੀਂ, ਸਿਰਫ 11 ਦਿਨਾਂ ਦੇ ਵਿੱਚ 331 ਲੋਕ ਕੋਰੋਨਾ ਮਹਾਮਾਰੀ ਕਾਰਨ ਆਪਣਾ ਦਮ ਤੋੜ ਚੁੱਕੇ ਨੇ। ਬਿਹਾਰ 'ਚ RRB NTPC ਦੀ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ। ਦੱਸਦੀ ਕਿ ਅੱਜ ਸਾਰੇ ਵਿਦਿਆਰਥੀ ਬਿਹਾਰ ਬੰਦ ਮਹਾਗਠਬੰਧਨ ਵਿੱਚ ਸ਼ਾਮਲ ਹੋ ਗਏ ਨੇ। ਇਸ ਦੇ ਨਾਲ ਹੀ ਕਈ ਸਿਆਸੀ ਪਾਰਟੀਆਂ ਵੀ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੀਆਂ ਨੇ। ਕਾਂਗਰਸ, ਰਾਸ਼ਟਰੀ ਜਨਤਾ ਦਲ, ਜਨ ਅਧਿਕਾਰ ਪਾਰਟੀ, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਅੱਗੇ ਆਈਆਂ ਨੇ। ਪਟਨਾ ਤੇ ਬਿਹਾਰ 'ਚ ਕੱਲ ਰਾਤ ਦਾ ਪ੍ਰਦਰਸ਼ਨ ਜਾਰੀ ਹੈ, ਜਿਸ ਦੇ ਚਲਦੇ ਵਿਦਿਆਰਥੀਆਂ ਵੱਲੋਂ ਸੜਕਾਂ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚਲਦੇ ਲੋਕਾਂ ਨੂੰ ਆਵਾਜਾਈ 'ਚ ਵੀ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਰੇਲਵੇ 'ਚ ਭਰਤੀ ਨੂੰ ਲੈ ਕੇ ਹੋਈ ਗੜਬੜੀ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਤੇ ਦਰਜ ਕੀਤੇ ਗਏ ਸਾਰੇ ਪਰਚੇ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ। ਬਿਹਾਰ ਬੰਦ ਦੇ ਐਲਾਨ ਤੋਂ ਬਾਅਦ ਉੱਤਰ ਪ੍ਰਦੇਸ਼ ਨੂੰ ਰੱਖਿਆ ਗਿਆ ਹਾਈ ਅਲਰਟ ਤੇ ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੇ ਖਾਸ ਚੌਕਸੀ ਦੇ ਨਿਰਦੇਸ਼। ਇਸ ਦੇ ਨਾਲ ਹੀ BJP ਦੇ ਨੇਤਾ ਸੁਸ਼ੀਲ ਮੋਦੀ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ ਦਾ ਵਿਦਿਆਰਥੀਆਂ ਨੂੰ ਦਿੱਤਾ ਭਰੋਸਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਘਰ ਘਰ ਜਾ ਕੇ ਕਰਨਗੇ ਚੋਣ ਪ੍ਰਚਾਰ। ਚੋਣ ਪ੍ਰਚਾਰ ਤੋਂ ਪਹਿਲਾਂ ਅਮਿਤ ਸ਼ਾਹ ਨੇ ਰੁਦਰਨਾਥ ਮੰਦਿਰ 'ਚ ਕੀਤੀ ਪੂਜਾ ਅਰਚਨਾ, ਫਿਰ ਸ਼ੁਰੂ ਕੀਤਾ ਚੋਣ ਪ੍ਰਚਾਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ JP ਨੱਡਾ ਨੇ ਅੱਜ ਸ਼ਾਹਜਹਾਂਪੁਰ 'ਚ ਕੀਤਾ ਚੋਣ ਪ੍ਰਚਾਰ, ਜਿਸ ਦੌਰਾਨ JP ਨੱਡਾ ਨੇ ਡੋਰ ਟੂ ਡੋਰ ਜਾ ਕੇ ਕੀਤਾ ਕੰਪੇਨ। ਪਾਰਟੀ ਦੇ ਨੇਤਾਵਾਂ ਦੇ ਨਾਲ ਵੀ ਕੀਤੀ ਮੁਲਾਕਾਤ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਕੱਸੀ ਕਮਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਾਟ ਨੇਤਾਵਾਂ ਦੇ ਨਾਲ ਕੀਤੀ ਗਈ ਸੀ ਮੁਲਾਕਾਤ, ਜਿਸ ਤੋਂ ਬਾਅਦ ਹੁਣ BJP ਦੀ ਨਜ਼ਰ ਗੁਜਰਾਂ ਤੇ ਹੈ। ਜਲਦ ਹੀ BJP ਕਰੇਗੀ ਗੁਜਰਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ। BJP ਨੂੰ ਵੋਟ ਦੇਣ ਦੀ ਉਹਨਾਂ ਨੂੰ ਕਰਨਗੇ ਅਪੀਲ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਕਰਨਗੇ ਮੇਰਠ ਦਾ ਦੌਰਾ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ CM ਯੋਗੀ ਘਰ ਘਰ ਜਾ ਕੇ ਕਰਨਗੇ ਚੋਣ ਪ੍ਰਚਾਰ। ਲੋਕਾਂ ਨੂੰ ਆਪਣੇ ਨਵੇਂ ਏਜੰਡਿਆਂ ਤੋਂ ਕਰਾਉਣਗੇ ਜਾਣੂ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ 'ਚ ਜਾਰੀ ਕੀਤੀ 56 ਉਮੀਦਵਾਰਾਂ ਦੀ ਲਿਸਟ। ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਏ ਦਾਰਾ ਸਿੰਘ ਚੌਹਾਨ ਨੂੰ ਮਾਓ ਤੋਂ ਬਣਾਇਆ ਗਿਆ ਉਮੀਦਵਾਰ। ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ਲਈ ਜਾਰੀ ਕੀਤੀ ਘੋਸ਼ਣਾ ਪੱਤਰ। 30 ਯੂਨਿਟ ਫ੍ਰੀ ਬਿਜਲੀ, ਪੁਰਾਣੇ ਬਿੱਲ ਸਾਰੇ ਮਾਫ ਅਤੇ 5000 ਬੇਰੋਜ਼ਗਾਰੀ ਭੱਤੇ ਦੇ ਨਾਲ ਹਰ ਸਾਲ 10 ਲੱਖ ਨੌਕਰੀਆਂ ਦੇਣ ਦਾ ਵੀ ਕੀਤਾ ਵਾਅਦਾ। ਦੇਸ਼ ਅੱਜ ਮਨਾ ਰਿਹਾ ਲਾਲਾ ਲਾਜਪਤ ਰਾਏ ਦੀ ਜਯੰਤੀ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਲਾ ਲਾਜਪਤ ਰਾਏ ਦੇ ਤਿਆਗ ਅਤੇ ਬਲੀਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ। ਚੀਨ ਦੇ ਵੁਹਾਨ ਦੇ ਵਿਗਿਆਨੀਆਂ ਨੇ ਹੁਣ ਨਵੇਂ ਕੋਰੋਨਾ ਵਾਇਰਸ ਨਿਓਕੋਵ ਬਾਰੇ ਡਰਾਵਨੀ ਖਬਰ ਦਿੱਤੀ ਹੈ। 2019 ਵਿੱਚ ਕੋਰੋਨਾ ਵਾਇਰਸ ਵੁਹਾਨ ਤੋਂ ਹੀ ਪੂਰੀ ਦੁਨੀਆ ਵਿੱਚ ਫੈਲਿਆ ਸੀ। ਉੱਥੇ ਹੁਣ ਇਹਨਾਂ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਇੱਕ ਨਵੀਂ ਕਿਸਮ ਦਾ ਕੋਰੋਨਾ ਵਾਇਰਸ ਨਿਓਕੋਵ ਪਾਇਆ ਗਿਆ। ਇਸ ਦੀ ਲਾਗਤ ਤੇ ਮੌਤ ਦਰ ਦੋਵੇਂ ਬਹੁਤ ਹੀ ਜ਼ਿਆਦਾ ਹੈ। ਇਹ ਸੰਕਰਮਿਤ ਹਰ 3 ਵਿੱਚੋਂ ਇੱਕ ਵਿਅਕਤੀ ਨੂੰ ਮਾਰ ਸਕਦਾ ਹੈ। ਦੱਖਣੀ ਅਫਰੀਕਾ ਵਿੱਚ ਚਮਗਿੱਦੜਾਂ ਵਿੱਚ ਨਿਓਕੋਵ ਵਾਇਰਸ ਪਾਇਆ ਗਿਆ ਹੈ। ਵਰਤਮਾਨ ਵਿੱਚ ਸਿਰਫ ਇਹਨਾਂ ਪੰਛੀਆਂ ਵਿੱਚ ਹੀ ਫੈਲਦਾ ਹੈ, ਪਰ ਬਾਇਓਵਾਰਕਾਸਿਵ ਵੈਬਸਾਈਟ ਤੇ ਪ੍ਰੀਪ੍ਰਿੰਟ ਵਜੋਂ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਅਤੇ ਇਸ ਦਾ ਨਜ਼ਦੀਕੀ ਰੂਪ ਮਨੁੱਖਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। ਭਾਰਤ ਨਾਲ ਚੱਲ ਰਹੇ ਸਰਹੱਦੀ ਵਿਵਾਦ ਬਾਰੇ ਚੀਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਦੋਵੇਂ ਗੁਆਂਢੀ ਦੇਸ਼ ਇਸ ਮੁੱਦੇ ਨੂੰ ਦੁਵੱਲੇ ਢੰਗ ਦੇ ਨਾਲ ਹੱਲ ਕਰ ਲੈਣਗੇ। ਦਰਅਸਲ ਭਾਰਤ ਨੇ ਲੱਦਾਖ ਖੇਤਰ ਵਿੱਚ ਚੀਨ ਦੁਆਰਾ ਮਨਮਾਨੇ ਨਿਰਮਾਣ ਕਾਰਜਾਂ ਤੇ ਸਖਤ ਇਤਰਾਜ਼ ਜਤਾਇਆ ਹੈ। ਦੂਜੇ ਗੁਆਂਢੀ ਦੇਸ਼ਾਂ ਦੇ ਨਾਲ ਅਮਰੀਕਾ ਤੇ ਹੋਰ ਪੱਛਮੀ ਦੇਸ਼ ਚੀਨ ਦੇ ਵਿਸਥਾਰਵਾਦੀ ਕਦਮਾਂ ਦਾ ਸਖਤ ਵਿਰੋਧ ਕਰ ਰਹੇ ਨੇ, ਜਿਸ ਨੂੰ ਲੈ ਕੇ ਚੀਨ ਤੇ ਦਬਾਅ ਵੱਧ ਰਿਹਾ ਹੈ। ਬੁਰਨਈ ਦੇ ਸੁਲਤਾਨ ਹਸਨ ਬੁਲਕਈਆ ਦੀ ਧੀ ਰਾਜਕੁਮਾਰੀ ਫਦਲੀਜ਼ਾ ਲੁਬਾਬੁਲ ਬੁਲਕਈਆ ਦਾ ਵਿਆਹ ਹੋ ਗਿਆ। ਉਹਨਾਂ ਦੇ ਵਿਆਹ ਦੀ ਰਸਮ 7 ਦਿਨਾਂ ਤੱਕ ਚੱਲੀ ਹੈ। ਦੁਨੀਆ ਦੇ ਸਭ ਤੋਂ ਅਮੀਰ ਸ਼ਾਸਕ ਹੋਣ ਦੇ ਨਾਤੇ ਸੁਲਤਾਨ ਹਸਨ ਬੁਲਕਈਆ ਦੀ ਬੇਟੀ ਦਾ ਵਿਆਹ ਸ਼ਾਨਦਾਰ ਢੰਗ ਦੇ ਨਾਲ ਆਯੋਜਿਤ ਕੀਤਾ ਗਿਆ ਸੀ। ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਬਲੋਚਿਸਤਾਨ ਸੂਬੇ ਦੇ ਕੇਸ ਜ਼ਿਲ੍ਹੇ ਵਿੱਚ ਇੱਕ ਚੌਂਕੀ ਤੇ ਹੋਏ ਅੱਤਵਾਦੀ ਹਮਲੇ ਵਿੱਚ ਸੁਰੱਖਿਆ ਬਲਾਂ ਦੇ 10 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਫੌਜ ਵੱਲੋਂ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਕਿ ਅੱਤਵਾਦੀਆਂ ਨੇ 25-26 ਜਨਵਰੀ ਦੇ ਦਰਮਿਆਨ ਰਾਤ ਨੂੰ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਜ਼ਬਰਦਸਤ ਗੋਲੀਬਾਰੀ ਹੋਈ, ਜਿਸ ਵਿੱਚ 10 ਫੌਜੀ ਜਵਾਨ ਸ਼ਹੀਦ ਹੋ ਗਏ ਨੇ। ਸੰਯੁਕਤ ਰਾਜ ਅਮਰੀਕਾ ਦੱਖਣੀ ਸਾਗਰ ਵਿੱਚ ਚੀਨੀ ਜਲ ਸੈਨਾ ਦੀ ਤਾਕਤ ਨੂੰ ਚੁਣੌਤੀ ਦੇਣ ਲਈ ਜ਼ੋਰਦਾਰ ਪ੍ਰਦਰਸ਼ਨ ਕਰ ਰਿਹਾ ਹੈ। ਏਸ਼ੀਆਈ ਨੇਤਾਵਾਂ ਨੂੰ ਡਰ ਸੀ ਕਿ ਡੋਨਾਲਡ ਟਰੰਪ ਨੂੰ ਅਹੁਦਾ ਛੱਡਣ ਤੋਂ ਬਾਅਦ ਅਮਰੀਕਾ ਇਸ ਖੇਤਰ ਵਿੱਚ ਪਿੱਛੇ ਹਟ ਸਕਦਾ ਹੈ, ਪਰ ਇੱਥੇ ਇਸ ਦੇ ਉਲਟ ਹੀ ਨਜ਼ਰ ਆ ਰਿਹਾ ਹੈ।
ਅਮਰੀਕਾ ਨੇ ਯੂਕਰੇਨ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦਾ ਹਿੱਸਾ ਬਣਨ ਤੋਂ ਰੋਕਣ ਦੀ ਰੂਸੀ ਸ਼ਰਤ ਨੂੰ ਰੱਦ ਕਰ ਦਿੱਤਾ ਹੈ। ਰੂਸ ਦੀ ਅਹਿਮ ਮੰਗ ਨੂੰ ਠੁਕਰਾਏ ਜਾਣ ਤੋਂ ਬਾਅਦ ਯੂਕਰੇਨ ਦੇ ਵਿਵਾਦਿਤ ਖੇਤਰ 'ਚ ਤਣਾਅ ਹੁਣ ਆਪਣੇ ਸਿਖਰ ਤੇ ਹੈ। ਦੂਜੇ ਪਾਸੇ ਰੂਸੀ ਸੰਸਦ ਭਵਨ ਕ੍ਰੈਮਲਿਨ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਨਾਟੋ ਦੇਸ਼ਾਂ ਦੇ ਨਾਲ ਸਮਝੌਤੇ ਦੀ ਉਮੀਦ ਲਗਭਗ ਖਤਮ ਹੋ ਗਈ ਹੈ। ਜਾਪਾਨ 'ਚ ਵੀਰਵਾਰ ਨੂੰ ਓਸਾਕਾ, ਕਿਓਟੋ ਸਣੇ 18 ਹੋਰ ਸੂਬਿਆਂ ਵਿੱਚ ਕੋਰੋਨਾ ਨਿਯਮ ਸਖਤ ਕਰ ਦਿੱਤੇ ਨੇ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 71,633 ਤੱਕ ਪਹੁੰਚ ਗਈ ਹੈ, ਜਦਕਿ ਇਸੇ ਦੌਰਾਨ 34 ਲੋਕਾਂ ਦੀ ਮੌਤ ਵੀ ਹੋ ਗਈ ਹੈ। ਸਭ ਤੋਂ ਵੱਧ ਵਾਧਾ ਟੋਕੀਓ ਵਿੱਚ ਹੋਇਆ ਹੈ, ਜਿੱਥੇ ਬੀਤੇ ਦਿਨ ਦੁਨੀਆ ਵਿੱਚ 35.13 ਲੱਖ ਨਵੇਂ ਕੋਰੋਨਾ ਸੰਕਰਮਿਤ ਲੋਕਾਂ ਦੀ ਪਛਾਣ ਕੀਤੀ ਗਈ ਸੀ। ਉੱਥੇ ਹੀ ਹੁਣ 10,1316 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੌਰਾਨ ਬ੍ਰਿਟੇਨ ਨੇ ਮਾਸਕ ਸਣੇ ਜ਼ਿਆਦਾਤਰ ਕੋਰੋਨਾ ਪਾਬੰਦੀਆਂ ਹਟਾ ਦਿੱਤੀਆਂ ਨੇ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਵੀ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਹੈ। ਪਿਛਲੇ 2 ਸਾਲਾਂ ਵਿੱਚ ਪੂਰੀ ਦੁਨੀਆ ਵਿੱਚ ਕੁੱਲ 36.36 ਮਿਲੀਅਨ ਲੋਕ ਸੰਕਰਮਿਤ ਹੋਏ ਨੇ, ਜਦਕਿ ਹੁਣ ਤੱਕ 56.47 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਨੇ। ਇਸ ਦੌਰਾਨ ਯੂਕੇ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਮਾਸਕ ਪਹਿਨਣ ਸਣੇ ਕੋਰੋਨਾ ਨਾਲ ਜੁੜੀਆਂ ਕਈ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਦੇਸ਼ ਵਿੱਚ ਬੂਸਟਰ ਡੋਜ਼ ਮੁਹਿੰਮ ਦੀ ਸ਼ੁਰੂਆਤ ਨਾਲ ਬਿਮਾਰੀ ਦੀ ਗੰਭੀਰਤਾ ਅਤੇ ਸੰਕਰਮਿਤ ਲੋਕਾਂ ਦੇ ਹਸਪਤਾਲ 'ਚ ਭਰਤੀ ਹੋਣ ਦੀ ਦਰ 'ਚ ਕਮੀ ਆਈ ਹੈ। ਆਲੀਆ ਭੱਟ ਅਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ 25 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਗੰਗੂਬਾਈ ਕਾਠੀਆਵਾੜੀ ਕਾਮਾਠੀਪੁਰੀ, ਮੁੰਬਈ ਦੇ ਵਿੱਚ ਇੱਕ ਵੈਸ਼ਿਆ ਘਰ ਦੀ ਮੈਡਮ ਗੰਗੂਬਾਈ ਕੋਠੇਵਾਲੀ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਹੁਸੈਨ ਜੈਦੀ ਦੀ ਕਿਤਾਬ ਮਾਫੀਆ ਕੁਈਨਜ਼ ਆਫ ਮੁੰਬਈ ਤੇ ਇੱਕ ਅਧਿਆਇ ਤੇ ਆਧਾਰਿਤ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਸ਼ਿਆਮਲਾ ਹਿਲਸ ਥਾਣੇ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਵਿੱਚ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਖਿਲਾਫ FIR ਦਰਜ ਕੀਤੀ ਗਈ ਹੈ। ਦਰਅਸਲ ਬੁੱਧਵਾਰ ਨੂੰ ਇੱਥੇ ਇੱਕ ਪ੍ਰੋਗਰਾਮ ਦੌਰਾਨ ਸ਼ਵੇਤਾ ਤਿਵਾਰੀ ਨੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਗ੍ਰਹਿ ਮੰਤਰੀ ਨਿਰੋਤਮ ਮਿਸ਼ਰਾ ਨੇ ਗੋਪਾਲ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਲਵ ਸਟੋਰੀ ਅਤੇ ਬੰਗਾ ਰਾਜੂ ਤੋਂ ਬਾਅਦ ਸਫਲਤਾ ਦੇ ਸਿਖਰ ਤੇ ਪਹੁੰਚ ਚੁੱਕੇ ਨਾਗਾ ਚੈਤਨਿਆ Amazon ਪ੍ਰਾਈਮ ਵੀਡੀਓ ਦੁਆਰਾ ਬਣਾਈ ਗਈ ਵੈਬ ਸੀਰੀਜ਼ ਅਕਿਨੇਨੀ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਨੇ। ਥ੍ਰਿਲਰ ਦੇ ਤੌਰ ਤੇ ਮਸ਼ਹੂਰ ਇਸ ਵੈਬ ਸੀਰੀਜ਼ 'ਚ 24 ਫੇਮ ਵਿਕਰਮ ਕੁਮਾਰ ਨਿਰਦੇਸ਼ਕ ਦੇ ਰੂਪ 'ਚ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਨਾਗਾ ਚੈਤਨਿਆ ਪਹਿਲਾਂ ਇਸ ਲਈ ਤਿਆਰ ਨਹੀਂ ਸਨ। ਇਸ ਸੀਰੀਜ਼ 'ਚ ਚੈਤਨਿਆ ਇੱਕ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਨੇ। ਸਟੈਂਡ-ਅਪ ਕਾਮੇਡੀਅਨ ਅਮਿਤ ਟੰਡਨ ਨੇ ਕਿਹਾ ਹੈ ਕਿ ਮਹਾਮਾਰੀ ਸਾਡੇ ਦੇਸ਼ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਦੁੱਖਾਂ ਦੀ ਜੜ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਬਦਲਿਆ ਜਾਵੇ ਅਤੇ ਖੁਸ਼ੀਆਂ ਫੈਲਾਈਆਂ ਜਾਣ। ਅਮਿਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ੋਅ ਗੁੱਡ ਨਾਈਟ ਇੰਡੀਆ ਸਹੀ ਸਮੇਂ ਤੇ ਆਇਆ ਹੈ। ਇਸ ਨੂੰ ਯਕੀਨੀ ਤੌਰ ਤੇ ਸਮੁੱਚੇ ਦਰਸ਼ਕਾਂ ਦੇ ਲਈ ਆਪਣੇ ਪਰਿਵਾਰ 'ਚ ਆਰਾਮ ਨਾਲ ਬੈਠ ਕੇ ਉੱਚੀ-ਉੱਚੀ ਹੱਸਣ ਦੇ ਲਈ ਸੰਪੂਰਨ ਕਰਨਾ ਚਾਹੀਦਾ ਹੈ। ਅਭਿਨੇਤਰੀ ਸ਼ਿਲਪਾ ਸ਼ੈੱਟੀ ਰਿਐਲਿਟੀ ਸ਼ੋਅ ਇੰਡੀਆਜ਼ ਗੋਟ ਟੈਲੈਂਟ ਦੀ ਮਦਦ ਦੇ ਨਾਲ ਦੇਸ਼ 'ਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਤੋਂ ਖੁਸ਼ ਹੈ। ਪ੍ਰੀਮੀਅਰ ਵੀਕਐਂਡ ਤੇ ਬੋਲਦਿਆਂ ਸ਼ਿਲਪਾ ਨੇ ਕਿਹਾ ਕਿ ਮੈਂ ਦੁਨੀਆ ਦੇ ਕੋਨੇ-ਕੋਨੇ 'ਚ ਛੁਪੇ ਹੋਏ ਕਿਰਦਾਰਾਂ ਨੂੰ ਉਜਾਗਰ ਕਰਨ ਦੇ ਲਈ ਉਤਸ਼ਾਹਿਤ ਹਾਂ। ਸਪਾਈਸਜੈਟ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਉਸ ਆਦੇਸ਼ ਤੇ 3 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ, ਜਿਸ ਵਿੱਚ 에ਅਰਲਾਈਨ ਨੂੰ ਕ੍ਰੈਡਿਟ ਸੁਇਸ ਨੂੰ $24 ਮਿਲੀਅਨ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦੇ ਲਈ ਸੰਚਾਲਨ ਬੰਦ ਕਰਨ ਦੇ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ, ਜੇਕਰ ਤੁਸੀਂ 에ਅਰਲਾਈਨ ਨਹੀਂ ਚਲਾਉਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਦਿਵਾਲੀਆ ਘੋਸ਼ਿਤ ਕਰ ਦੇਵਾਂਗੇ। ਇਹ 에ਅਰਲਾਈਨ ਚਲਾਉਣ ਦਾ ਤਰੀਕਾ ਨਹੀਂ ਹੈ। ਗੇਮਸ 24/7 ਨੇ ਰਿਤਿਕ ਰੋਸ਼ਨ ਨੂੰ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਹੁਨਰ ਗੇਮਿੰਗ ਪਲੇਟਫਾਰਮ ਰਮੀ ਸਰਕਲ ਦੇ ਬ੍ਰਾਂਡ ਅੰਬੈਸਡਰ ਵਜੋਂ ਘੋਸ਼ਿਤ ਕੀਤਾ ਹੈ। ਸਾਂਝੇਦਾਰੀ ਦੇ ਹਿੱਸੇ ਵਜੋਂ ਰਿਤਿਕ ਟੀਵੀ, ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਫੈਲੀਆਂ ਰਮੀ ਸਰਕਲ ਦੇ ਮਲਟੀਮੀਡੀਆ ਮੁਹਿੰਮਾਂ ਦੇ ਵਿੱਚ ਦਿਖਾਈ ਦੇਣਗੇ। ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਕਿਹਾ ਕਿ ਰਮੀ ਹੁਨਰ ਦੀ ਖੇਡ ਹੈ, ਜਿਸ ਦੇ ਲਈ ਬੌਧਿਕ ਹੁਨਰ, ਸਬਰ ਅਤੇ ਚਤੁਰਾਈ ਦੀ ਲੋੜ ਹੁੰਦੀ ਹੈ। ਇੰਟਰਨੈਟ ਦੀ ਪ੍ਰਮੁੱਖ ਕੰਪਨੀ ਗੂਗਲ ਟੈਲੀਕਾਮ ਭਾਰਤੀ ਕੰਪਨੀ ਏਅਰਟੈਲ ਦੇ ਵਿੱਚ $1 ਬਿਲੀਅਨ ਦਾ ਨਿਵੇਸ਼ ਕਰੇਗੀ। ਇਸ ਵਿੱਚ ਇਕੁਇਟੀ ਨਿਵੇਸ਼ ਦੇ ਨਾਲ-ਨਾਲ ਸੰਭਾਵੀ ਵਪਾਰਕ ਸਮਝੌਤਿਆਂ ਲਈ ਇੱਕ ਫੰਡ ਸ਼ਾਮਲ ਹੈ, ਜਿਸ ਦੇ ਤਹਿਤ ਅਗਲੇ 5 ਸਾਲਾਂ ਵਿੱਚ ਸਮਝੌਤਿਆਂ ਨੂੰ ਆਪਸੀ ਸਹਿਮਤੀ ਨਾਲ ਸ਼ਰਤਾਂ ਦੀ ਮਨਜ਼ੂਰੀ ਦਿੱਤੀ ਜਾਵੇਗੀ। ਏਅਰਟੈਲ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਵਿੱਚ $734 ਪ੍ਰਤੀ ਸ਼ੇਅਰ ਦੀ ਕੀਮਤ ਤੇ ਭਾਰਤੀ ਏਅਰਟੈਲ ਦੇ ਵਿੱਚ $700 ਮਿਲੀਅਨ ਦੀ ਇਕੁਇਟੀ ਨਿਵੇਸ਼ ਕੀਤਾ ਜਾਵੇਗਾ। BCCI ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ 2 ਪੜਾਵਾਂ ਦੇ ਵਿੱਚ ਖੇਡੀ ਜਾਵੇਗੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਟੂਰਨਾਮੈਂਟ ਦਾ ਆਯੋਜਨ ਨਹੀਂ ਕੀਤਾ ਗਿਆ ਸੀ। 38 ਟੀਮਾਂ ਦੀ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਤੇ ਪਹਿਲੇ ਪੜਾਅ ਦੇ ਵਿੱਚ 1 ਮਹੀਨੇ ਦੇ ਲਈ ਚੱਲੇਗਾ। ਪਹਿਲਾਂ ਇਹ 13 ਜਨਵਰੀ ਤੋਂ ਆਯੋਜਿਤ ਕੀਤਾ ਜਾਣਾ ਸੀ, ਪਰ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਸੱਟ ਲੱਗਣ ਕਾਰਨ ਵੈਸਟਇੰਡੀਜ਼ ਖਿਲਾਫ T20 ਸੀਰੀਜ਼ ਦੇ ਆਖਰੀ 2 ਮੈਚਾਂ ਤੋਂ ਬਾਹਰ ਹੋਣਗੇ। ਮੋਰਗਨ ਤੀਜਾ T20 ਨਹੀਂ ਖੇਡ ਸਕਿਆ, ਜਿਸ ਵਿੱਚ ਵੈਸਟਇੰਡੀਜ਼ ਨੇ 20 ਦੌੜਾਂ ਨਾਲ ਸੀਰੀਜ਼ ਜਿੱਤੀ ਸੀ।